गुड मॉर्निंग स्टूडेंट्स। अज असीं पंजाबी व्याकरण 6वीं जमात का पाठ नंबर 4 पढ़न जा रहे हाँ, जिसका नाम है वाक बोध ते वाक रचना। सो प्यारे बच्चों, तुसी जानते हो कि भाषा की सब तो छोटी इकाई वर्ण है। धुनी नाल वर्ण, वर्णां दे सुमेल नाल शब्द ते शब्दां दे सुमेल नाल वाक बनते हैं। सो असीं कह सकते हाँ कि व्याकरण के जिस भाग विच वर्णां तो वाक बनाउण दे नियमां बारे जानकारी दित्ती जाती है उसनूं वाक बोध आखदे हन। आओ गल करिए वाक दी। तां असीं अपने विचार प्रगट करन वास्ते शब्द दा जां शब्दां दी वरतों करदे हाँ। शब्दां दे जिस समूह तो कोई अर्थ पूरी तरह प्रगट हुंदा होवे उसनूं वाक आखदे हन। जिवें देखो, किसान खेत च काम कर रहा है, मुंडे भंगड़ा पा रहे हैं। ਇਹ ਦੋਵੇਂ शब्द समूह वाक ਹਨ क्योंकि इन्हां तो पूरे अर्थ प्रगट हो रहे हैं। पर इत्थे यह जानना भी जरूरी है कि केवल शब्दां दे समूह नाल ही वाक नहीं बनते, बल्कि शब्दां दा एक खास तरतीब विच होना भी जरूरी हुंदा है। हेठले वाक पढ़ो ते समझो। बहुत है गौंदी सीरत वधिया, ਹੁਸ਼ਿਆਰ ਦੀਪਕ 'ਚ ਬਹੁਤ ਪੜ੍ਹਾਈ ਹੈ। ਕਿ ਇਹਨਾਂ ਦੋਵਾਂ ਸ਼ਬਦਾਂ ਸਮੂਹਾਂ ਵਿੱਚ ਸ਼ਬਦ ਠੀਕ ਹਨ, ਪਰ ਉਹਨਾਂ ਦੀ ਤਰਤੀਬ ਜਾਂ ਕ੍ਰਮ ਠੀਕ ਨਹੀਂ। ਇਸ ਕਾਰਨ ਇਹਨਾਂ ਤੋਂ ਅਰਥ ਸਪਸ਼ਟ ਨਹੀਂ ਹੁੰਦਾ। ਇਸ ਲਈ ਇਹਨਾਂ ਨੂੰ ਵਾਕ ਨਹੀਂ ਕਿਹਾ ਜਾ ਸਕਦਾ। ਜੇਕਰ ਇਹ ਸ਼ਬਦ ਸਮੂਹ ਇੰਜ ਲਿਖੇ ਜਾਣ, ਸੀਰਤ ਬਹੁਤ ਵਧੀਆ ਗਾਉਂਦੀ ਹੈ, ਦੀਪਕ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ। ਹੁਣ ਇਹਨਾਂ ਸ਼ਬਦਾਂ ਦੀ ਤਰਤੀਬ ਜਾਂ ਕ੍ਰਮ ਠੀਕ ਹੋਣ ਕਾਰਨ ਇਹਨਾਂ ਵਿੱਚੋਂ ਅਰਥ ਸਪਸ਼ਟ ਹੋ ਰਿਹਾ ਹੈ। ਇਸ ਲਈ ਇਹ ਦੋਵੇਂ ਵਾਕ ਹਨ। ਇਸੇ ਕਾਰਨ ਕਿਹਾ ਜਾ ਸਕਦਾ ਹੈ ਕਿ ਸ਼ਬਦਾਂ ਦੇ ਜਿਸ ਸਮੂਹ ਤੋਂ ਕੋਈ ਅਰਥ ਸਪਸ਼ਟ ਹੁੰਦਾ ਹੋਵੇ ਉਸਨੂੰ ਵਾਕ ਕਿਹਾ ਜਾਂਦਾ ਹੈ। ਵਾਕ ਦੇ ਹਿੱਸੇ। ਤਾਂ ਵਾਕ ਦੇ ਦੋ ਹਿੱਸੇ ਹੁੰਦੇ ਹਨ। ਪਹਿਲਾ ਹੈ ਉਦੇਸ਼ ਤੇ ਦੂਜਾ ਵਿਧੇਯ। ਵਾਕ ਵਿੱਚ ਆਓ ਹੁਣ ਗੱਲ ਕਰੀਏ ਉਦੇਸ਼ ਬਾਰੇ। ਤਾਂ ਵਾਕ ਵਿੱਚ ਜਿਸ ਬਾਰੇ ਕੁਝ ਕਿਹਾ ਜਾਂਦਾ ਹੈ ਉਸਨੂੰ ਉਦੇਸ਼ ਆਖਿਆ ਜਾਂਦਾ ਹੈ। ਉਦੇਸ਼ ਵਿੱਚ ਮੁੱਖ ਰੂਪ 'ਚ ਕਰਤਾ ਹੁੰਦਾ ਹੈ। ਜਿਵੇਂ ਅਮਿਤਾਭ ਬੱਚਨ ਬਹੁਤ ਵਧੀਆ ਅਦਾਕਾਰ ਹੈ। ਤਾਂ ਇਸ ਵਾਕ ਵਿੱਚ ਅਮਿਤਾਭ ਬੱਚਨ ਸ਼ਬਦ ਉਦੇਸ਼ ਹੈ ਕਿਉਂਕਿ ਵਾਕ ਦੇ ਵਿੱਚ ਉਸ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਕਰਤਾ ਵੀ ਉਹੀ ਹੈ। ਹੁਣ ਆਓ ਅੱਗੇ ਗੱਲ ਕਰਦੇ ਹਾਂ ਵਿਧੇਯ ਦੀ। ਤਾਂ ਵਾਕ ਵਿੱਚ ਜੋ ਕੁਝ ਵੀ ਉਦੇਸ਼ ਬਾਰੇ ਦੱਸਿਆ ਜਾਂਦਾ ਹੈ ਉਸਨੂੰ ਵਿਧੇਯ ਕਿਹਾ ਜਾਂਦਾ ਹੈ। ਜਿਵੇਂ ਅਮਿਤਾਭ ਬੱਚਨ ਬਹੁਤ ਵਧੀਆ ਅਦਾਕਾਰ ਹੈ। ਤਾਂ ਇਸ ਵਾਕ ਦੇ ਵਿੱਚ ਬਹੁਤ ਵਧੀਆ ਅਦਾਕਾਰ ਹੈ ਵਿਧੇਯ ਹੈ ਕਿਉਂਕਿ ਇਸ ਵਿੱਚ ਉਦੇਸ਼ ਅਮਿਤਾਭ ਬੱਚਨ ਦੇ ਬਾਰੇ ਦੱਸਿਆ ਗਿਆ ਹੈ। ਸੋ ਬੱਚਿਓ, ਵਾਕ ਵਿੱਚ ਉਦੇਸ਼ ਦੀ ਪਛਾਣ ਕਰਨ ਲਈ ਕੌਣ ਜਾਂ ਕਿਸ ਨੇ ਪ੍ਰਸ਼ਨ ਕਰਨ ਨਾਲ ਜੋ ਉੱਤਰ ਮਿਲਦਾ ਹੈ ਉਹ ਉਦੇਸ਼ ਹੁੰਦਾ ਹੈ। ਜਿਵੇਂ ਸਾਡੇ ਗੁਆਂਢੀ ਬਹੁਤ ਚੰਗੇ ਹਨ। ਕੌਣ ਚੰਗੇ ਹਨ ਪ੍ਰਸ਼ਨ ਪੁੱਛ ਕੇ ਦੇਖੋ ਤਾਂ ਜੋ ਉੱਤਰ ਆਏਗਾ ਸਾਡੇ ਗੁਆਂਢੀ। ਇਹ ਕੀ ਹੋ ਜਾਏਗਾ? ਉਦੇਸ਼ ਹੋ ਜਾਏਗਾ। ਰਮਨ ਨੇ ਅੱਜ ਸ਼ੀਸ਼ਾ ਤੋੜ ਦਿੱਤਾ। ਤਾਂ ਕਿਸ ਨੇ ਸ਼ੀਸ਼ਾ ਤੋੜ ਦਿੱਤਾ? ਰਮਨ ਨੇ। ਰਮਨ ਨੇ ਕੀ ਹੈ? ਸਾਡਾ ਉਦੇਸ਼ ਹੋਏਗਾ ਅਤੇ ਬਾਕੀ ਜਿਹੜਾ ਬਚ ਗਿਆ ਉਹ ਵਿਧੇਯ ਹੋਏਗਾ। ਹੁਣ ਆਓ ਅੱਗੇ ਗੱਲ ਕਰੀਏ। ਦੇਖੋ ਕੁਝ ਵਾਕ ਦਿੱਤੇ ਹੋਏ ਨੇ। ਬਾਂਦਰ ਕੇਲਾ ਖਾ ਰਿਹਾ ਹੈ। ਇਸ ਦੇ ਵਿੱਚ ਉਦੇਸ਼ ਕੀ ਹੋਏਗਾ? ਬਾਂਦਰ ਕੇਲਾ ਖਾ ਰਿਹਾ ਹੈ, ਵਿਧੇਯ। ਸਾਡਾ ਘਰ ਇੱਥੋਂ ਬਹੁਤ ਨੇੜੇ ਹੈ। ਇਸ ਦੇ ਵਿੱਚ ਉਦੇਸ਼ ਕੀ ਹੋਏਗਾ? ਸਾਡਾ ਘਰ ਤੇ ਵਿਧੇਯ ਹੋ ਜਾਏਗਾ ਇੱਥੋਂ ਬਹੁਤ ਨੇੜੇ ਹੈ ਜਾਂ ਦੂਰ ਹੈ। ਬੱਕਰਾ ਘਾਹ ਖਾਂਦਾ ਹੈ। ਇਸ ਦੇ ਵਿੱਚ ਉਦੇਸ਼ ਕੀ ਹੋ ਜਾਏਗਾ? ਬੱਕਰਾ ਤੇ ਵਿਧੇਯ ਕੀ ਹੋ ਜਾਏਗਾ? ਘਾਹ ਖਾਂਦਾ ਹੈ। ਅੱਗੇ ਦੇਖੋ ਵਾਕ ਦੀਆਂ ਕਿਸਮਾਂ। ਤਾਂ ਵਾਕਾਂ ਦੀ ਵੰਡ ਮੁੱਖ ਤੌਰ 'ਤੇ ਹੇਠਲੇ ਦੋ ਆਧਾਰਾਂ 'ਤੇ ਕੀਤੀ ਜਾਂਦੀ ਹੈ। ਪਹਿਲੀ ਹੈ ਬਣਤਰ ਦੇ ਆਧਾਰ 'ਤੇ ਅਤੇ ਦੂਜੀ ਹੈ ਅਰਥਾਂ ਦੇ ਆਧਾਰ 'ਤੇ। ਸੋ ਆਓ ਗੱਲ ਕਰੀਏ ਬਣਤਰ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ। ਤਾਂ ਇਸ ਦੀਆਂ 3 ਕਿਸਮਾਂ ਹੁੰਦੀਆਂ ਨੇ: ਸਧਾਰਨ ਵਾਕ, ਸੰਯੁਕਤ ਵਾਕ ਤੇ ਮਿਸ਼ਰਤ ਵਾਕ। ਸਭ ਤੋਂ ਪਹਿਲੇ ਅਸੀਂ ਕਰਾਂਗੇ ਸਧਾਰਨ ਵਾਕ ਬਾਰੇ। ਅਤੇ ਜਿਸ ਵਾਕ ਵਿੱਚ ਇੱਕ ਹੀ ਉਦੇਸ਼ ਅਤੇ ਇੱਕ ਹੀ ਵਿਧੇਯ ਹੁੰਦਾ ਹੈ ਉਸਨੂੰ ਸਧਾਰਨ ਵਾਕ ਕਿਹਾ ਜਾਂਦਾ ਹੈ। ਜਿਵੇਂ ਰਘਵੀਰ ਹਾਕੀ ਖੇਡ ਰਿਹਾ ਹੈ। ਵਾਕ ਵਿੱਚ ਇੱਕ ਉਦੇਸ਼ ਅਤੇ ਇੱਕ ਵਿਧੇਯ ਹੈ।
ਉਦੇਸ਼ ਕੀ ਹੋ ਗਿਆ? ਰਘਵੀਰ। ਤੇ ਵਿਧੇਯ ਕੀ ਹੋ ਗਿਆ? ਹਾਕੀ ਖੇਡ ਰਿਹਾ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਸੰਯੁਕਤ ਵਾਕ ਦੀ। ਤਾਂ ਸੰਯੁਕਤ ਵਾਕ ਤੋਂ ਭਾਵ ਜੁੜਿਆ ਹੋਇਆ ਵਾਕ। ਇਸ ਤਰ੍ਹਾਂ ਜਿਹੜੇ ਦੋ ਵਾਕ ਯੋਜਕ ਅਤੇ ਜਾਂ ਪਰ ਤੇ ਕਿਉਂਕਿ ਆਦਿ ਦੀ ਸਹਾਇਤਾ ਨਾਲ ਜੁੜੇ ਹੁੰਦੇ ਹਨ ਉਹਨਾਂ ਨੂੰ ਸੰਯੁਕਤ ਵਾਕ ਕਿਹਾ ਜਾਂਦਾ ਹੈ। ਜਿਵੇਂ ਹਰਬੰਸ ਅਖਬਾਰ ਪੜ੍ਹ ਰਿਹਾ ਹੈ ਅਤੇ ਗੀਤਾ ਚਾਹ ਪੀ ਰਹੀ ਹੈ। ਵਾਕਾਂ ਵਿੱਚ ਹਰਬੰਸ ਅਖਬਾਰ ਪੜ੍ਹ ਰਿਹਾ ਹੈ ਪਹਿਲਾ ਵਾਕ ਹੈ ਅਤੇ ਗੀਤਾ ਚਾਹ ਪੀ ਰਹੀ ਹੈ ਦੂਸਰਾ ਵਾਕ ਹੈ। ਇਹ ਦੋਵੇਂ ਵਾਕ ਆਪਸ ਵਿੱਚ ਅਤੇ ਯੋਜਕ ਨਾਲ ਜੁੜੇ ਹੋਏ ਹਨ। ਠੀਕ ਹੈ, ਇਹ ਕਿਹੜੇ ਵਾਕ ਹਨ? ਸੰਯੁਕਤ ਵਾਕ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਮਿਸ਼ਰਿਤ ਵਾਕ ਦੀ। ਤਾਂ ਮਿਸ਼ਰਿਤ ਤੋਂ ਭਾਵ ਮਿਲਿਆ ਹੋਇਆ ਹੁੰਦਾ ਹੈ ਜਿਸ ਵਾਕ ਵਿੱਚ ਇੱਕ ਮੁੱਖ ਵਾਕ ਹੋਵੇ ਅਤੇ ਇੱਕ ਜਾਂ ਇੱਕ ਤੋਂ ਵਧੇਰੇ ਉਪਵਾਕ ਹੋਣ ਉਸਨੂੰ ਮਿਸ਼ਰਿਤ ਵਾਕ ਆਖਦੇ ਹਨ। ਇਹਨਾਂ ਵਿੱਚ ਜਦੋਂ, ਕਿਉਂਕਿ, ਜੋ, ਕੀ, ਜੇਕਰ ਆਦਿ ਯੋਜਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿਸਾਨ ਇਸ ਲਈ ਬਹੁਤ ਖੁਸ਼ ਹੈ ਕਿਉਂਕਿ ਉਸਦੀ ਫਸਲ ਦਾ ਝਾੜ ਚੰਗਾ ਨਿਕਲਿਆ ਹੈ। ਉਪਰੋਕਤ ਵਾਕ ਵਿੱਚ ਉਸਦੀ ਫਸਲ ਦਾ ਝਾੜ ਚੰਗਾ ਨਿਕਲਿਆ ਹੈ ਸੁਤੰਤਰ ਹੋਣ ਕਰਕੇ ਹੀ ਪ੍ਰਧਾਨ ਉਪਵਾਕ ਅਤੇ ਕਿਸਾਨ ਇਸ ਲਈ ਬਹੁਤ ਖੁਸ਼ ਹੈ ਸੁਤੰਤਰ ਨਾ ਹੋਣ ਕਰਕੇ ਅਧੀਨ ਉਪਵਾਕ ਹੈ। ਇਹ ਦੋਵੇਂ ਉਪਵਾਕ ਆਪਸ ਵਿੱਚ ਕਿਉਂਕਿ ਯੋਜਕ ਨਾਲ ਜੁੜੇ ਹੋਏ ਹਨ। ਅੱਗੇ ਅਸੀਂ ਗੱਲ ਕਰਦੇ ਹਾਂ ਅਰਥਾਂ ਦੇ ਆਧਾਰ 'ਤੇ ਵਾਕਾਂ ਦੀਆਂ ਕਿਸਮਾਂ। ਤਾਂ ਅਰਥਾਂ ਦੇ ਆਧਾਰਾਂ 'ਤੇ ਵਾਕਾਂ ਦੀਆਂ ਹੇਠਲੀਆਂ ਕਿਸਮਾਂ ਹੁੰਦੀਆਂ ਨੇ। ਪਹਿਲੀ ਹੈ ਬਿਆਨੀਆ ਵਾਕ, ਦੂਜੀ ਹੈ ਨਾਂਹਵਾਚੀ, ਤੀਸਰੀ ਆਗਿਆਬੋਧਕ, ਚੌਥੀ ਪ੍ਰਸ਼ਨਵਾਚਕ, ਪੰਜਵੀਂ ਬਿਸਮਕ, ਛੇਵੀਂ ਸੰਦੇਸ਼ ਸੂਚਕ, ਸੱਤਵੀਂ ਹੈ ਇੱਛਾ ਸੂਚਕ ਤੇ ਅੱਠਵੀਂ ਹੈ ਸ਼ਰਤਵਾਚਕ। ਆਓ ਅਸੀਂ ਗੱਲ ਕਰਦੇ ਹਾਂ ਬਿਆਨੀਆ ਵਾਕ ਦੀ। ਤੇ ਜਿਹੜੇ ਵਾਕਾਂ ਵਿੱਚ ਕੁਝ ਵਾਪਰਨ ਹੋਣ ਜਾਂ ਕੀਤੇ ਜਾਣ ਬਾਰੇ ਸਧਾਰਨ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਬਿਆਨੀਆ ਵਾਕ ਆਖਦੇ ਹਨ। ਦੂਜੀ ਹੈ ਨਾਂਹਵਾਚੀ। ਤਾਂ ਜਿਹੜੇ ਵਾਕਾਂ ਵਿੱਚੋਂ ਕੁਝ ਨਾ ਹੋਣ, ਨਾ ਵਾਪਰਨ ਜਾਂ ਨਾ ਕੀਤੇ ਜਾਣ ਬਾਰੇ ਪਤਾ ਲੱਗਦਾ ਹੈ ਉਹਨਾਂ ਨੂੰ ਨਾਂਹਵਾਚੀ ਵਾਕ ਆਖਦੇ ਹਨ। ਤੀਜੀ ਹੈ ਆਗਿਆਬੋਧਕ ਵਾਕ। ਤਾਂ ਜਿਹੜੇ ਵਾਕਾਂ ਵਿੱਚ ਕਿਸੇ ਨੂੰ ਕੋਈ ਹੁਕਮ ਦਿੱਤਾ ਗਿਆ ਹੋਵੇ ਜਾਂ ਬੇਨਤੀ ਕੀਤੀ ਗਈ ਹੋਵੇ ਉਹਨਾਂ ਨੂੰ ਆਗਿਆਬੋਧਕ ਵਾਕ ਕਿਹਾ ਜਾਂਦਾ ਹੈ। ਚੌਥਾ ਹੈ ਪ੍ਰਸ਼ਨਵਾਚਕ। ਤਾਂ ਜਿਹੜੇ ਵਾਕਾਂ ਵਿੱਚ ਕੁਝ ਪੁੱਛਿਆ ਗਿਆ ਹੋਵੇ ਉਹਨਾਂ ਨੂੰ ਪ੍ਰਸ਼ਨਵਾਚਕ ਵਾਕ ਆਖਦੇ ਹਨ। ਬਿਸਮਕ ਵਾਕ, ਜਿਹੜੇ ਵਾਕਾਂ ਦੇ ਵਿੱਚ ਹੈਰਾਨੀ, ਖੁਸ਼ੀ, ਦੁੱਖ ਆਦਿ ਪ੍ਰਗਟ ਕੀਤੇ ਹੋਣ ਉਹਨਾਂ ਨੂੰ ਬਿਸਮਕ ਵਾਕ ਕਿਹਾ ਜਾਂਦਾ ਹੈ। ਸੰਦੇਸ਼ ਸੂਚਕ, ਜਿਹੜੇ ਵਾਕਾਂ ਦੇ ਵਿੱਚ ਸ਼ੱਕ ਜਾਂ ਸੰਦੇਹ ਦੀ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਸੰਦੇਸ਼ ਸੂਚਕ ਵਾਕ ਆਖਦੇ ਹਨ। ਇੱਛਾ ਸੂਚਕ ਹੁੰਦੇ ਨੇ ਜਿਹੜੇ ਵਾਕਾਂ ਦੇ ਵਿੱਚ ਕੋਈ ਖੁਆਇਸ਼, ਮਨੋਰਥ ਜਾਂ ਇੱਛਾ ਦੱਸੀ ਜਾਵੇ ਉਹਨਾਂ ਨੂੰ ਇੱਛਾ ਸੂਚਕ ਵਾਕ ਆਖਦੇ ਹਨ। ਸ਼ਰਤਵਾਚਕ ਵਾਕ ਹੁੰਦੇ ਨੇ ਜਿਹੜੇ ਵਾਕਾਂ ਦੇ ਵਿੱਚ ਇੱਕ ਕਿਰਿਆ ਦੂਸਰੀ ਕਿਰਿਆ 'ਤੇ ਨਿਰਭਰ ਹੋਵੇ ਭਾਵ ਜਿਹੜੇ ਵਾਕ ਵਿੱਚ ਸ਼ਰਤ ਜਾਂ ਸੰਕੇਤ ਮਿਲੇ ਉਹਨਾਂ ਨੂੰ ਸ਼ਰਤਵਾਚਕ ਵਾਕ ਕਿਹਾ ਜਾਂਦਾ ਹੈ। ਅਜਿਹੇ ਜਿਹੜੇ ਵਾਕ ਹੁੰਦੇ ਨੇ ਮਿਸ਼ਰਤ ਵਾਕ ਹੀ ਹੁੰਦੇ ਹਨ। ਅੱਗੇ ਅਸੀਂ ਪੜ੍ਹਾਂਗੇ ਉਪਵਾਕ। ਤਾਂ ਉਪਵਾਕ ਇੱਕ ਅਜਿਹੀ ਵਿਆਕਰਨ ਇਕਾਈ ਹੁੰਦੀ ਹੈ ਜੋ ਵਾਕ ਦੀ ਸਮਰੱਥਾ ਰੱਖਦੀ ਹੋਈ ਵੀ ਵਾਕ ਤੋਂ ਥੋੜ੍ਹੀ ਛੋਟੀ ਹੁੰਦੀ ਹੈ। ਕਿਸੇ ਵਾਕ ਵਿੱਚੋਂ ਉਪਵਾਕਾਂ ਦੀ ਪਛਾਣ ਕਰਨ ਲਈ ਉਸਦੇ ਹਿੱਸੇ ਕਰਨੇ ਪੈਂਦੇ ਹਨ। ਜਿਵੇਂ ਹਰਭਜਨ ਵਿਹਲਾ ਹੈ ਇਸ ਲਈ ਉਹ ਸ਼ਹਿਰ ਜਾਵੇਗਾ। ਵਾਕ ਦੇ ਦੋ ਹਿੱਸੇ ਹਨ। ਪਹਿਲਾ ਹੈ ਹਰਭਜਨ ਵਿਹਲਾ ਹੈ, ਦੂਜਾ ਹੈ ਉਹ ਸ਼ਹਿਰ ਜਾਵੇਗਾ। ਇਹ ਦੋਵੇਂ ਹਿੱਸੇ ਵਾਕੀ ਹਨ ਕਿਉਂਕਿ ਇਹਨਾਂ ਦੋਵਾਂ ਦਾ ਆਪੋ ਆਪਣਾ ਉਦੇਸ਼ ਤੇ ਵਿਧੇਯ ਹੈ। ਇਹ ਦੋਵੇਂ ਵਾਕ ਇਸ ਲਈ ਯੋਜਕ ਨਾਲ ਜੁੜ ਕੇ ਇੱਕ ਇਕਾਈ ਬਣੇ ਹਨ। ਇਸ ਤਰ੍ਹਾਂ ਇਹ ਦੋਵੇਂ ਵਾਕ ਇੱਕ ਵੱਡੀ ਇਕਾਈ ਦੀਆਂ ਉਪ ਇਕਾਈਆਂ ਹੀ ਹਨ। ਇਸ ਤਰ੍ਹਾਂ ਵੱਡੀ ਇਕਾਈ ਨੂੰ ਵਾਕ ਤੇ ਛੋਟੀ ਇਕਾਈ ਨੂੰ ਉਪਵਾਕ ਆਖਦੇ ਹਨ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇੱਕ ਉਦੇਸ਼ ਅਤੇ ਇੱਕ ਵਿਧੇਯ ਵਾਲੀ ਭਾਸ਼ਾਈ ਇਕਾਈ ਜੋ ਵਾਕ ਜਾਂ ਅੰਗ ਹੁੰਦੀ ਹੋਈ ਸੁਤੰਤਰ ਵਾਕ ਹੋਵੇ ਤਾਂ ਉਸ ਨੂੰ ਉਪਵਾਕ ਕਿਹਾ ਜਾਂਦਾ ਹੈ। ਅੱਗੇ ਦੇਖੋ ਉਪਵਾਕਾਂ ਦੀਆਂ ਕਿਸਮਾਂ। ਤਾਂ ਉਪਵਾਕਾਂ ਦੀਆਂ ਦੋ ਕਿਸਮਾਂ ਹੁੰਦੀਆਂ ਨੇ। ਪਹਿਲੀ ਹੈ ਮੁੱਖ ਉਪਵਾਕ ਤੇ ਦੂਜੀ ਹੈ ਅਧੀਨ ਉਪਵਾਕ। ਹੁਣ ਅਸੀਂ ਪੜ੍ਹਾਂਗੇ ਮੁੱਖ ਉਪਵਾਕ ਬਾਰੇ। ਤਾਂ ਜਿਹੜੇ ਉਪਵਾਕ ਸੁਤੰਤਰ ਹੁੰਦੇ ਹਨ ਭਾਵ ਉਹ ਕਿਸੇ ਦੂਜੇ ਉਪਵਾਕ 'ਤੇ ਨਿਰਭਰ ਨਹੀਂ ਹੁੰਦੇ ਉਹਨਾਂ ਨੂੰ ਮੁੱਖ ਉਪਵਾਕ ਆਖਦੇ ਹਨ। ਤੇ ਅਧੀਨ ਉਪਵਾਕ ਉਸ ਨੂੰ ਕਹਿੰਦੇ ਨੇ ਜਿਹੜੇ ਉਪਵਾਕ ਕਿਸੇ ਹੋਰ ਉਪਵਾਕ 'ਤੇ ਆਧਾਰਿਤ ਹੁੰਦੇ ਨੇ ਉਹਨਾਂ ਨੂੰ ਅਧੀਨ ਉਪਵਾਕ ਆਖਦੇ ਹਨ। ਜਿਵੇਂ ਜੇ ਬਿਜਲੀ ਨਾ ਗਈ ਤਾਂ ਮੈਂ ਵੀ ਨਾਵਲ ਪੜ੍ਹਾਂਗਾ। ਇਸ ਵਾਕ ਵਿੱਚ ਦੋ ਉਪਵਾਕ ਹਨ। ਜਿਵੇਂ ਜੇ ਬਿਜਲੀ ਨਾ ਗਈ ਤਾਂ ਮੈਂ ਵੀ ਨਾਵਲ ਪੜ੍ਹਾਂਗਾ। ਇਹਨਾਂ ਉਪਵਾਕਾਂ ਵਿੱਚੋਂ ਦੂਸਰਾ ਉਪਵਾਕ ਮੈਂ ਵੀ ਨਾਵਲ ਪੜ੍ਹਾਂਗਾ ਤਾਂ ਸੁਤੰਤਰ ਉਪਵਾਕ ਹੈ। ਜੇ ਬਿਜਲੀ ਨਾ ਗਈ ਦੇ ਅਰਥ ਦੂਸਰੇ ਉਪਵਾਕ ਤੋਂ ਬਗੈਰ ਸਪਸ਼ਟ ਨਹੀਂ ਹਨ ਇਸ ਲਈ ਇਹ ਅਧੀਨ ਉਪਵਾਕ ਹੈ। ਸੋ ਪਿਆਰੇ ਬੱਚੇ ਇਹ ਸੀ ਸਾਡਾ ਪਾਠ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।